ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਵਿਚਾਰ ਲੜੀ ਹੈ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਹੈ ਉਸ ਵਿੱਚੋਂ ਹੈ। ਅਸੀਂ ਪਹਿਲਾਂ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਇਸ ਗ੍ਰੰਥ ਦੇ ਕਰਤਾ ਕਵੀ ਸੰਤੋਖ ਸਿੰਘ ਹੋਵੇ ਜਾਂ ਹੋਰ ਗ੍ਰੰਥ ਦੇ ਕਰਤਾ ਜੋ ਹਨ, ਉਹਨਾਂ ਸਾਰਿਆਂ ਦਾ ਇੱਕ ਹੀ ਮਕਸਦ ਹੈ, ਜੋ ਗੁਰਮਤ 10 ਗੁਰੂ ਸਾਹਿਬਾਨ ਨੇ ਦ੍ਰਿੜ ਕਰਾਈ ਸੀ ਜਾਂ ਜੋ ਸੱਚ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰਾਂ ਲਿਖ ਕੇ ਦਿੱਤਾ ਸੀ, ਉਸ ਪੂਰੇ ਦੇ ਪੂਰੇ ਗਿਆਨ ਦੇ ਉੱਤੇ ਕਾਂਟਾ ਫੇਰਨਾ, ਉਸ ਨੂੰ ਰੱਦ ਕਰਨਾ, ਜੜ ਤੋਂ ਉਖਾੜ ਕੇ ਫੈਂਕ ਦੇਣਾ ਇਹਨਾਂ ਗ੍ਰੰਥਾਂ ਦਾ ਕੰਮ ਹੈ। ਇੱਕ ਇੱਕ ਕਰਕੇ ਅਸੀਂ ਇੱਕ ਇੱਕ ਬਿੰਦੂ ਲਵਾਂਗੇ। ਭਗਤ ਫਰੀਦ ਜੀ ਦਾ ਸ਼ਬਦ ਹੈ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ, ਪੈਂਦਾ ਲੋੜੈ ਪੱਟ। ਸਿੱਧੇ ਅਰਥ ਨੇ ਕਿ ਇੱਕ ਜੱਟ, ਇੱਕ ਜ਼ਿਮੀਂਦਾਰ ਜੋ ਖੇਤੀ ਕਰਨ ਵਾਲਾ ਕਿਸਾਨ ਹੈ, ਉਹ ਇਹ ਚਾਹੁੰਦਾ ਹੈ ਕਿ ਉਸ ਨੂੰ ਦਾਖਾਂ, ਬਜੌਰੀਆਂ, ਛੋਟੇ ਅੰਗੂਰ ਖਾਣ ਨੂੰ ਮਿਲਣ, ਪਰ ਕਰ ਕੀ ਰਿਹਾ, ਆਪਣੇ ਖੇਤਾਂ ਦੇ ਵਿੱਚ ਕਿੱਕਰਾਂ ਬੀਜ ਰਿਹਾ। ਹੁਣ ਕਿੱਕਰਾਂ ਬੀਜ ਕੇ ਅਗਰ ਅੰਗੂਰ ਖਾਣੇ ਚਾਹੁੰਦਾ ਹੈ ਤੇ ਭਗਤ ਜੀ ਕਹਿ ਰਹੇ ਨੇ ਇਹ ਹੋ ਨਹੀਂ ਸਕਦਾ। ਇਹ ਇਵੇਂ ਹੀ ਹੈ ਜਿਵੇਂ ਇੱਕ ਹੋਰ ਉਦਾਹਰਨ ਦਿੰਦੇ ਨੇ ਕਿ ਜਿਵੇਂ ਕੋਈ ਉੱਨ ਕੱਤਦਾ ਹੋਵੇ ਔਰ ਉੱਨ ਕੱਤ ਕੇ ਕੱਪੜਾ ਬੁਣਨ ਨੂੰ ਦੇ ਦੇਵੇ, ਕਹੇ ਵੀ ਇਹ ਤੋਂ ਰੇਸ਼ਮ ਦਾ ਕੱਪੜਾ ਤਿਆਰ ਕਰੋ, ਉਹ ਕਹਿੰਦੇ ਅਜਿਹਾ ਹੋ ਨਹੀਂ ਸਕਦਾ। ਸੋ ਭਗਤ ਫਰੀਦ ਜੀ 2 ਲਾਈਨਾਂ ਦੇ ਵਿੱਚ ਸਾਰਾ ਸੱਚ ਸਾਨੂੰ ਸਮਝਾ ਰਹੇ ਹਨ। ਇਹ ਸਾਰਾ ਸਾਰੰਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ। ਕਈ ਜਗ੍ਹਾ ਹੋਰ ਪੜ੍ਹਦੇ ਨੇ ਕਿ ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ, ਕਿ ਜ਼ਹਿਰ ਬੀਜ ਕੇ ਅੰਮ੍ਰਿਤ ਲੱਭਣਾ ਇਹ ਕੋਈ ਨਿਆਂ ਵਾਲੀ ਗੱਲ ਨਹੀਂ। ਜੇ ਜ਼ਹਿਰ ਬੀਜਾਂਗੇ ਤਾਂ ਜ਼ਹਿਰ ਦਾ ਹੀ ਪੌਦਾ ਖੜਾ ਹੋਏਗਾ, ਅੰਮ੍ਰਿਤ ਨਹੀਂ ਮਿਲੇਗਾ। ਬੀਜੇ ਵੇਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਫਿਰ ਹੋਰ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ, ਭਾਵ ਉਹੋ ਹੀ ਪੈਦਾ ਹੋਣਾ। ਜੇ ਕਿੱਕਰਾਂ ਬੀਜੋਗੇ ਕੰਡੇ ਲੱਗਣੇ ਆ, ਜੇ ਅੰਬ ਬੀਜੋਗੇ ਤਾਂ ਅੰਬ ਲੱਗਣਗੇ। ਮੰਨ ਲਓ ਗੁਰਬਾਣੀ ਕੁਦਰਤ ਦੇ ਨਿਯਮਾਂ ਨੂੰ ਮੰਨਣ ਲਈ ਸਾਨੂੰ ਪ੍ਰੇਰਿਤ ਕਰਦੀ ਹੈ ਔਰ ਸਾਨੂੰ ਦ੍ਰਿੜਤਾ ਸਹਿਤ ਸਮਝਾਉਂਦੀ ਹੈ ਕਿ ਜੋ ਕੁਦਰਤ ਹੈ ਉਹ ਆਪਣੇ ਨਿਯਮਾਂ ਦੇ ਨੂੰ ਭੰਗ ਨਹੀਂ ਕਰਦੀ। ਦੁਨੀਆ ਕੁਝ ਤੋਂ ਕੁਝ ਹੋ ਜਾਵੇ, ਕੁਦਰਤ ਦੇ ਨਿਯਮ ਭੰਗ ਨਹੀਂ ਹੋ ਸਕਦੇ। ਇਹ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ। ਹੁਣ ਅਸੀਂ ਤੁਹਾਡੇ ਨਾਲ ਕੁਝ ਕਹਾਣੀਆਂ ਸਾਂਝੀਆਂ ਕਰਾਂਗੇ। ਫਿਰ ਤੁਸੀਂ ਦੇਖਣਾ ਕਿ ਤੁਹਾਨੂੰ ਆ ਜਿਹੜੇ ਗੁਰਬਾਣੀ ਦੇ 2-3 ਸ਼ਬਦਾਂ ਦੀਆਂ ਤੁਕਾਂ ਦੀ ਵਿਚਾਰ ਕੀਤੀ ਹੈ, ਇਹਨਾਂ ਦੇ ਨਾਲ ਤਸੱਲੀ ਜ਼ਿਆਦਾ, ਜਾਂ ਜਿਹੜੀ ਮੈਂ ਹੁਣ ਕਹਾਣੀਆਂ 2 ਸੁਣਾਉਣੀਆਂ ਉਹਨਾਂ ਨਾਲ ਜ਼ਿਆਦਾ ਤਸੱਲੀ ਹੁੰਦੀ ਹੈ, ਜਾਂ ਤੁਹਾਨੂੰ ਗੁਰਬਾਣੀ ਜ਼ਿਆਦਾ ਆਉਂਦੀ ਹੈ, ਜਾਂ ਜਿਹੜੀਆਂ ਮੈਂ ਹੁਣ ਕਹਾਣੀਆਂ ਸੁਣਾਉਣੀਆਂ ਉਹ ਤੁਹਾਨੂੰ ਮੂੰਹ ਜ਼ੁਬਾਨੀ ਯਾਦ ਹੈ। ਜਿਹੜੀ ਚੀਜ਼ ਤੁਹਾਨੂੰ ਮੂੰਹ ਜ਼ੁਬਾਨੀ ਯਾਦ ਹੋਏਗੀ ਉਹੋ ਜਿਹਾ ਜੀਵਨ ਹੋਏਗਾ। ਇਹ ਜਿਹੜੀਆਂ ਗੁਰਬਾਣੀ ਹੈ, ਇਹ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਹੈ, ਸਾਡਾ ਆਧਾਰ ਹੈ, ਸਾਡਾ ਜੀਵਨ ਹੈ।
ਤੇ ਆ ਕਹਾਣੀਆਂ ਜਿਹੜੀਆਂ ਕਵੀਆਂ ਨੇ ਬਣਾਈਆਂ ਇਹ ਸਿੱਖੀ ਨੂੰ ਤਬਾਹ ਕਰਨ ਲਈ ਲਿਖੀਆਂ ਗਈਆਂ ਹਨ ਔਰ ਇਹ ਕਹਾਣੀਆਂ ਹੀ ਸਾਨੂੰ ਸਟੇਜਾਂ ਤੋਂ ਸੁਣਾਈਆਂ ਜਾਂਦੀਆਂ। ਕਹਾਣੀ ਕੀ ਹੈ? ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਵਿੱਚ ਆਖਰੀ ਸਮੇਂ ਜਦੋਂ ਰਹਿ ਰਹੇ ਸਨ, ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਸਨ। ਤੇ ਕੀ ਹੋਇਆ, ਇੱਕ ਦਿਨ ਬਹੁਤ ਜ਼ੋਰ ਜ਼ਬਰਦਸਤ ਮੀਂਹ ਸ਼ੁਰੂ ਹੋ ਗਿਆ। ਇੱਕ ਦਿਨ 2 ਦਿਨ ਜਿਹੜਾ ਮੀਂਹ ਹਟਦਾ ਹੀ ਨਹੀਂ ਸੀ। ਤਦ ਬੱਦਲਾਂ ਦੀ ਘਟਾ ਘਿਰ ਕੇ ਆ ਗਈ, ਬਹੁਤ ਮੀਂਹ ਪਿਆ ਅਤੇ ਜਲ ਥਲ ਹੋ ਗਈ। ਰਾਤ ਬੀਤੀ, ਫਿਰ ਸਵੇਰ ਹੋ ਗਈ। ਸਾਰਾ ਦਿਨ ਮੀਂਹ ਪੈਂਦਾ ਰਿਹਾ। ਬੋਹਰ ਨਾ ਹਟੀ, ਬੀਤੇ ਦਿਨ 2 ਦਿਨ ਨਹੀਂ ਹਟੀ। ਬਿਨ ਆਹਾਰ ਆਤੁਰ ਸਭ ਕੋ, ਸਾਰੇ ਖਾਣੇ ਤੋਂ ਬਗੈਰ ਆਤੁਰ ਹੋ ਗਏ। ਭੋਜਨ ਕਰਨ ਨਹੀਂ ਵਿਦ ਹੋਈ, ਕੋਈ ਵਿਦ ਨਹੀਂ ਬਣੀ ਖਾਣਾ ਖਾਣ ਦੀ, ਬਣਾਉਣ ਦੀ। ਭੁੱਖੀ ਬਹੁਤ ਭਈ ਸਭ ਲੋਈ, ਲੁਕਾਈ ਜਿਹੜੀ ਬਹੁਤ ਭੁੱਖੀ ਹੈ। ਅਵਸਰ ਕਰਨ ਨਾ ਪਾਏ ਆਹਾਰਾ, ਭੋਜਨ ਕਰਨ ਦਾ ਮੌਕਾ ਹੀ ਨਹੀਂ ਸੀ ਮਿਲ ਰਿਹਾ। ਜੈ ਜੈ ਪਸਰ ਰਹੋ ਬਹੁ ਬਾਰਾ, ਔਰ ਹਰ ਸਾਰੇ ਪਾਸੇ ਪਾਣੀ ਹੀ ਪਾਣੀ ਫਿਰ ਰਿਹਾ ਹੈ। ਸ਼੍ਰੀ ਗੁਰੂ ਤਬ ਧਰਮਸਾਲ ਬਜ਼ਾਰ ਮਜਾਰੀ, ਬੈਠੇ ਹੋਤੇ ਭੀੜ ਤਹਿ ਭਾਰੀ। ਗੁਰੂ ਸਾਹਿਬ ਧਰਮਸ਼ਾਲਾ ਵਿੱਚ ਬੈਠੇ ਸਨ, ਉੱਥੇ ਬਹੁਤ ਵੱਡੀ ਭੀੜ ਲੱਗੀ ਹੋਈ ਸੀ। ਸ਼੍ਰੀ ਚੰਦ ਲక్ష్ਮੀ ਚੰਦ ਪ੍ਰਿਤ ਲੈਣਾ ਅਰ ਬ੍ਰਿੰਦ, ਉੱਥੇ ਬਹੁਤ ਸਾਰੇ ਸਿੱਖ ਸਨ। ਸ਼੍ਰੀ ਚੰਦ ਵੀ ਸੀ, ਲక్ష్ਮੀ ਦਾਸ ਵੀ ਸੀ। ਗੁਰੂ ਜੀ ਨੇ ਸ਼੍ਰੀ ਚੰਦ ਨੂੰ ਕਿਹਾ ਕਿ ਭਈ ਕਾਕਾ ਇੰਝ ਕਰ, ਆ ਕਿੱਕਰ ਤੇ ਚੜ੍ਹ ਜਾ ਔਰ ਕਿੱਕਰ ਨੂੰ ਹਲੂਣਾ ਦੇ, ਤਾਂ ਉੱਥੋਂ ਮਠਿਆਈਆਂ ਡਿੱਗਣਗੀਆਂ, ਸੰਗਤਾਂ ਛਕਣਗੀਆਂ। ਹੇ ਪੁੱਤਰ ਲక్ష్ਮੀ ਦਾਸ, ਫਿਰ ਲక్ష్ਮੀ ਦਾਸ ਨੂੰ ਇਹ ਗੱਲ ਕਹੀ, ਪੁੱਤਰ ਲక్ష్ਮੀ ਦਾਸ ਮੇਰੀ ਗੱਲ ਸੁਣੋ, ਕੁਝ ਦੇਰ ਲਾਏ ਬਿਨਾ ਇਹ ਕੰਮ ਕਰੋ। ਬਾਹਰਲੇ ਬ੍ਰਿਛ ਨੂੰ ਜਾ ਕੇ ਉੱਤੇ ਚੜ੍ਹ ਕੇ ਹਿਲਾਓ ਅਤੇ ਸਾਰੀ ਸੰਗਤ ਨੂੰ ਬੁਲਾ ਲਵੋ। ਪਹਿਲਾਂ ਸ਼੍ਰੀ ਚੰਦ ਨੂੰ ਕਿਹਾ, ਉਸਨੇ ਮਨਾ ਕਰਤਾ। ਉਹ ਕਹਿੰਦੇ ਗੁਰੂ ਜੀ, ਕਦੀ ਕਿੱਕਰਾਂ ਨੂੰ ਵੀ, ਪਿਤਾ ਜੀ ਕਦੀ ਕਿੱਕਰਾਂ ਨੂੰ ਵੀ ਮਠਿਆਈਆਂ ਲੱਗੀਆਂ ਨੇ, ਇਹ ਤਾਂ ਕੁਦਰਤ ਦੇ ਨਿਯਮ ਦੇ ਉਲਟ ਹੈ। ਫਿਰ ਲక్ష్ਮੀ ਦਾਸ ਨੂੰ ਕਿਹਾ, ਉਸਨੇ ਵੀ ਇਹ ਜਵਾਬ ਦਿੱਤਾ, ਜਿਹੜੇ ਮਨੁੱਖ ਬਹੁਤ ਭੁੱਖੇ ਹਨ ਉਹ ਭੋਜਨ ਖਾ ਕੇ ਤ੍ਰਿਪਤ ਹੋ ਜਾਣਗੇ। ਜਦੋਂ ਰੱਜ ਕੇ ਨਾ ਕਰਨ ਲੱਗ ਜਾਣਗੇ ਤਾਂ ਰੁੱਖ ਨੂੰ ਹਿਲਾਉਣਾ ਛੱਡ ਦੇਣਾ ਅਤੇ ਪਿੱਛੇ ਆ ਜਾਣਾ। ਉਸ ਪੁੱਤਰ ਨੇ ਵੀ ਉਹੋ ਜਿਹਾ ਉੱਤਰ ਦਿੱਤਾ ਜਿਹੜਾ ਪਹਿਲਾਂ ਸ਼੍ਰੀ ਚੰਦ ਨੇ ਦਿੱਤਾ ਸੀ। ਪਿਤਾ ਦੇ ਹੁਕਮ ਨੂੰ ਮੰਨਿਆ ਨਹੀਂ। ਦੋਵੇਂ ਪੁੱਤਰਾਂ ਨੂੰ ਸਮਝਾਇਆ ਕਿ ਉਹਨਾਂ ਨੂੰ ਗੁਰੂ ਜੀ ਤੇ ਵਿਸ਼ਵਾਸ ਨਹੀਂ ਹੈ। ਉਹ ਇਸ ਉੱਤਮ ਵਡਿਆਈ ਦੇ ਲਾਇਕ ਨਹੀਂ। ਦੋਵਾਂ ਪੁੱਤਰਾਂ ਨੂੰ ਸਮਝਿਆ ਕਿ ਉਹਨਾਂ ਨੂੰ ਗੁਰੂ ਜੀ ਦੇ ਤੇ ਵਿਸ਼ਵਾਸ ਨਹੀਂ ਸੀ। ਉਹ ਇਸ ਉੱਤਮ ਵਡਿਆਈ ਦੇ ਲਾਇਕ ਨਹੀਂ ਸਨ। ਫਿਰ ਉਹਨਾਂ ਭਾਈ ਲਹਿਣੇ ਨੂੰ ਕਿਹਾ, ਫਿਰ ਗੁਰੂ ਸਾਹਿਬ ਨੇ ਭਾਈ ਲਹਿਣੇ ਨੂੰ ਕਿਹਾ, हे ਪੁੱਤਰ ਲਹਿਣੇ ਉੱਠੋ, ਤੁਸੀਂ ਹੀ ਲਹਿਣਾ ਲੈਣਾ ਹੈ। ਜੋ ਮੇਰੀ ਆਗਿਆ ਹੈ ਉਸ ਨੂੰ ਤੁਰੰਤ ਪੂਰੀ ਕਰੋ। ਸਾਰੀ ਸੰਗਤ ਨੂੰ ਆਪਣੇ ਨਾਲ ਲਵੋ ਅਤੇ ਆਪ ਸਾਰਿਆਂ ਦੇ ਅੱਗੇ ਹੋ ਕੇ ਚੱਲੋ। ਬਾਹਰ ਜੋ ਕਿੱਕਰ ਦਾ ਦਰਖਤ ਹੈ ਉਸ ਨੂੰ ਚੰਗੀ ਤਰ੍ਹਾਂ ਹਿਲਾਵੋ ਅਤੇ ਇਹਨਾਂ ਮਨੁੱਖਾਂ ਨੂੰ ਮਨ ਭਾਉਂਦਾ ਭੋਜਨ ਦੇਵੋ। ਇਹ ਸੁਣ ਕੇ ਭਾਈ ਲਹਿਣੇ ਨੇ ਆਪਣੇ ਕੱਪੜਿਆਂ ਨੂੰ ਵੀ ਨਹੀਂ ਸੰਭਾਲਿਆ, ਤੁਰੰਤ ਉੱਠ ਕੇ ਬਾਹਰ ਚਲਾ ਗਿਆ। ਸਾਰੀ ਸੰਗਤ ਨੂੰ ਆਪਣੇ ਨਾਲ ਬੁਲਾ ਲਿਆ। ਰੁੱਖ ਨੂੰ ਵੇਖ ਕੇ ਉਸ ਦੇ ਉੱਤੇ ਚੜ੍ਹ ਗਿਆ ਅਤੇ ਟਹਿਣੀਆਂ ਨੂੰ ਫੜ ਕੇ ਜ਼ੋਰ ਨਾਲ ਹਿਲਾਇਆ ਤਾਂ ਵੇਖਿਆ ਕਿ ਬਹੁਤ ਪ੍ਰਕਾਰ ਦੇ ਭੋਜਨ ਥੱਲੇ ਡਿੱਗ ਰਹੇ ਹਨ, ਜਿਹੜੇ ਸਾਰਿਆਂ ਦੇ ਮਨ ਭਾਉਂਦੇ ਸਨ। ਬੜੀ ਹੈਰਾਨੀ ਹੋਈ, ਗਤੀ ਜਾਣੀ ਨਹੀਂ ਸੀ ਜਾ ਸਕਦੀ। ਸਾਰੇ ਧੰਨ ਧੰਨ ਗੁਣਾਂ ਦੀ ਖਾਣ ਗੁਰੂ ਜੀ ਨੂੰ ਕਹਿ ਰਹੇ ਸਨ। ਇੱਕ ਤਾਂ ਉਹ 3 ਦਿਨਾਂ ਤੋਂ ਭੁੱਖੇ ਸਨ,
ਕੁਝ ਖਾਣ ਦਾ ਅਵਸਰ ਹੀ ਨਹੀਂ ਸੀ ਮਿਲਿਆ। ਦੂਸਰਾ ਸਵਾਦੀ ਭੋਜਨ ਮਿਲਿਆ, ਖਾ ਕੇ ਹਿਰਦੇ ਵਿੱਚ ਧੀਰਜ ਵਧਿਆ। ਕਾਫੀ ਦੇਰ ਬਾਅਦ ਖਾ ਕੇ ਰੱਜ ਗਏ। ਅਸੀਂ ਹੁਣ ਰੱਜ ਗਏ ਹਾਂ, ਇਸ ਲਈ ਬੋਲ ਰਹੇ ਸਨ। ਜਦ ਲਹਿਣਾ ਵੇਖਿਆ ਕਿ ਸਾਰੇ ਖਾਣੋਂ ਹਟ ਗਏ ਹਨ ਤਾਂ ਉਹ ਟਾਹਣਿਆਂ ਨੂੰ ਛੱਡ ਕੇ ਥੱਲੇ ਉਤਰ ਆਏ। 24,000 ਜਿਹੜੇ ਮਨੁੱਖ ਸਨ ਤ੍ਰਿਪਤ ਹੋ ਕੇ ਭਾਵ ਰੱਜ ਕੇ ਪਿੱਛੇ ਹਟ ਗਏ। ਸੰਗਤਾਂ ਦੇ ਅੱਗੇ ਲੱਗ ਕੇ ਚੱਲ ਕੇ ਧਰਮਸ਼ਾਲਾ ਵਿੱਚ ਆ ਗਏ। ਮੰਨ ਲਓ ਆਹ ਜਿਹੜੀ ਗੱਲ ਕਹਾਣੀ ਸਾਰੀ ਅਸੀਂ ਕਿਉਂ ਪੜ੍ਹੀ ਹੈ ਕਿ ਕਿੱਕਰਾਂ ਨਾਲੋਂ ਮਠਿਆਈਆਂ ਗੁਰੂ ਜੀ ਨੇ ਚੜਵਾਈਆਂ। ਔਰ ਇਹ ਕਹਾਣੀ ਸਾਡੇ ਸਿੱਖਾਂ ਨੂੰ ਬਹੁਤ ਅਪੀਲ ਕਰਦੀ ਹੈ। ਇੱਕੋ ਹੀ ਪੱਖ ਤੇ ਦ੍ਰਿੜਤਾ ਦਿੱਤੀ ਕਿ ਗੁਰੂ ਦਾ ਹੁਕਮ। ਹਾਲਾਂਕਿ ਐਸੀ ਕੋਈ ਕਹਾਣੀ ਵਾਪਰੀ ਨਹੀਂ। ਸਾਡੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਨੂੰ ਹਰ ਜਗ੍ਹਾ ਲੌਜਿਕ ਸਮਝਾਉਣ ਆਏ ਸਨ, ਭਾਵੇਂ ਉਹ ਜਨੇਊ ਪਾਉਣ ਦਾ ਸਮਾਂ ਸੀ, ਭਾਵੇਂ ਉਹ ਸੂਰਜ ਨੂੰ ਪਾਣੀ ਦੇਣ ਦੀ ਗੱਲ ਸੀ, ਸ਼ਰਾਧਾਂ ਦੀ ਗੱਲ ਸੀ, ਹਰ ਜਗ੍ਹਾ ਲੌਜਿਕ ਪੁੱਛਦੇ ਸੀ ਅਗਲੇ ਨੂੰ, ਇਵੇਂ ਕਿਵੇਂ ਹੋ ਸਕਦਾ। ਅਤੇ ਅੱਜ ਉਹ ਗੁਰੂ ਨਾਨਕ ਅਜਿਹਾ ਕਹਿ ਸਕਦੇ ਹਨ। ਪਰ ਕਿਉਂਕਿ ਸਾਨੂੰ ਉਹ ਗੁਰਬਾਣੀ ਦੇ ਅਰਥ ਤਾਂ ਕੱਚੇ ਲੱਗਣ ਲੱਗ ਗਏ, ਗੁਰਬਾਣੀ ਅਸੀਂ ਛੱਡ ਦਿੱਤੀ, ਪਰ ਆ ਕਹਾਣੀਆਂ ਨੂੰ ਪੀढ़ੀ ਗੰਢ ਪਾ ਕੇ ਅਸੀਂ ਫੜ ਲਿਆ ਕਿ ਭਈ ਇੱਦਾਂ ਹੋ ਸਕਦਾ ਹੈ ਕਿ ਹਜ਼ਾਰਾਂ ਸੰਗਤਾਂ ਨੇ ਕਿੱਕਰਾਂ ਤੋਂ ਮਠਿਆਈਆਂ ਝਾੜ ਕੇ ਖਾਧੀਆਂ। ਇਹ ਸਿਰਫ ਗੱਲ ਇੱਥੇ ਖਤਮ ਨਹੀਂ ਹੁੰਦੀ। ਅਤੇ ਹੇ ਪੁੱਤਰ ਲక్ష్ਮੀਦਾਸ, ਮੇਰੀ ਗੱਲ ਸੁਣੋ, ਕੁਝ ਦੇਰ ਲਾਏ ਬਿਨਾਂ ਇਹ ਕੰਮ ਕਰੋ, ਬਾਹਰਲੇ ਬ੍ਰਿਛਾਂ ਨੂੰ ਜਾ ਕੇ ਝਾੜੋ। ਤੋ ਲక్ష్ਮੀਦਾਸ ਨੇ ਇਹ ਗੱਲ ਨਹੀਂ ਕੀਤੀ ਅਤੇ ਫਿਰ ਜੋ ਭਾਈ ਲਹਿਣੇ ਨੇ ਕੀਤੀ। ਇਹੋ ਜਿਹੀ ਕਹਾਣੀ ਇੱਕ ਹੋਰ ਜੋ ਹੈ ਉਹ ਅਸੀਂ ਅੱਗੇ ਚੜ੍ਹਦੇ ਹਾਂ। ਇਹ ਰਾਤ ਕਿਸ ਤਰ੍ਹਾਂ ਬਤੀਤ ਕਰਾਂਗੇ। ਅੱਛਾ, ਇਹ ਹੁਣ ਕਹਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਇਹ ਕਹਾਣੀ ਕਰਤਾਰਪੁਰ ਦੀ ਹੈ। ਹੁਣ ਇਹੋ ਜਿਹੀ ਕਹਾਣੀ ਬਠਿੰਡੇ ਵਿੱਚ ਵਾਪਰੀ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਉੱਥੇ ਮਠਿਆਈਆਂ ਖਵਾਈਆਂ ਸਨ। ਹੁਣ ਅਸੀਂ ਤੁਹਾਨੂੰ ਇੱਕ ਕਹਾਣੀ ਹੋਰ ਸੁਣਾ ਦਿੰਦੇ ਹਾਂ। ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਵਾਪਰੀ ਦੱਸੀ ਜਾ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਨਾਲ ਸ਼ਿਕਾਰ ਕਰਨ ਗਏ ਸਨ ਜੰਗਲ ਦੇ ਵਿੱਚ। ਉੱਥੇ ਸਿੱਖਾਂ ਨੇ ਕਿਹਾ ਵੀ ਸਾਨੂੰ 2 ਵੇਲੇ ਦੇ ਭੁੱਖੇ ਆ, ਭੁੱਖ ਲੱਗੀ ਹੈ, ਅਤੇ ਸਾਨੂੰ ਕੋਈ ਕਿਰਪਾ ਕਰਕੇ ਅਤੇ ਸਾਨੂੰ ਛਕਣ ਨੂੰ ਕੁਝ ਦਿਓ। ਅਤੇ ਉਹਨਾਂ ਨੇ ਕਿਹਾ ਇੱਕ ਰਾਤ ਅਸੀਂ ਪਹਿਲਾਂ ਤਾਂ ਦਿਹਾੜੀ ਪੂਰੀ ਭੁੱਖੇ ਰਹੇ, ਰਾਤ ਕਿੱਦਾਂ ਕੱਟਾਂਗੇ, ਇਹ ਰਾਤ ਕਿਸ ਤਰ੍ਹਾਂ ਬਤੀਤ ਕਰਾਂਗੇ, ਸਵੇਰ ਹੋਣ 'ਤੇ ਫਿਰ ਚੱਲ ਪਾਵਾਂਗੇ। ਇਹ ਸੁਣ ਕੇ ਸਤਿਗੁਰੂ ਜੀ ਨੇ ਮੁੱਖ ਤੋਂ ਹੁਕਮ ਕੀਤਾ, ਕਿੱਕਰਾਂ ਉੱਪਰ ਚੜ੍ਹੋ, ਜਿਹੜੀਆਂ ਮਹਾਨ ਕਿੱਕਰਾਂ ਇੱਥੇ ਖੜੀਆਂ ਹਨ। ਉਹਨਾਂ ਹੀ ਕਿੱਕਰਾਂ ਤੋਂ ਗੁਰੂ ਨਾਨਕ ਪਾਤਸ਼ਾਹ ਤੋਂ ਇੱਕ ਵਾਰੀ ਭਾਈ ਮਰਦਾਨੇ ਨੂੰ ਮਠਿਆਈ ਛਕਾਈ ਸੀ। ਵੱਲ ਲਾ ਕੇ ਇਹਨਾਂ ਨੂੰ ਹਿਲਾਓ, ਫਿਰ ਮਨ ਭਾਉਂਦਾ ਭੋਜਨ ਖਾ ਕੇ ਦੁੱਖ ਦੂਰ ਕਰੋ। ਸਤਿਗੁਰੂ ਜੀ ਦੇ ਬਚਨ ਮੰਨ ਕੇ ਕਿੱਕਰਾਂ ਦੇ ਉੱਪਰ ਚੜ੍ਹ ਗਏ ਅਤੇ ਕਿੱਕਰਾਂ ਨੂੰ ਹਿਲਾ ਕੇ ਆਪਣੇ ਨੈਣਾਂ ਨਾਲ ਵੇਖਿਆ। ਅਨੇਕ ਭਾਂਤ ਦੇ ਭੋਜਨ ਪਏ ਸਨ, ਬਹੁਤ ਖੁਰਮੇ ਅਤੇ ਜਲੇਬੀ ਪਏ ਸਨ, ਲੱਡੂ ਆਦਿ ਬਹੁਤ ਪਏ ਸਨ, ਮਾਨੋ ਬਹੁਤ ਭੋਜਨ ਦੀ ਵਰਖਾ ਹੋ ਗਈ ਸੀ। ਖਾ ਖਾ ਕੇ ਸਿੱਖ ਤ੍ਰਿਪਤ ਹੋ ਗਏ। ਕਈਆਂ ਸਿੱਖਾਂ ਨੇ ਇਹ ਭੋਜਨ ਨਾ ਖਾਧੇ। ਉਹਨਾਂ ਨੂੰ ਸਤਿਗੁਰੂ ਜੀ ਨੇ ਪੁੱਛਿਆ, ਤੁਸੀਂ ਕਿਉਂ ਨਹੀਂ ਖਾਧੇ ਹਨ? ਸਾਰਾ ਦਿਨ ਤੁਹਾਡੇ ਹੱਥ ਵਿੱਚ ਕੁਝ ਨਹੀਂ ਸੀ ਆਇਆ। ਜਿਹੜੇ ਸਿਆਣੇ ਸਿੱਖ ਸਨ ਉਹਨਾਂ ਨੇ ਕਿਹਾ ਕਿ ਗੁਰੂ ਜੀ ਜਦੋਂ ਤੁਸੀਂ ਛਕੋਗੇ ਤਦ ਅਸੀਂ ਛਕਾਂਗੇ। ਅੱਗੇ ਅਸੀਂ ਸਾਰਾ ਕੁਝ ਪੜ੍ਹ ਸਕਦੇ ਹਾਂ, ਪਰ ਇਸ ਦਾ ਆਪਾਂ ਵਿਸ਼ਲੇਸ਼ਣ ਕਰ ਲਈਏ ਕਿ ਇਹ ਕਹਾਣੀਆਂ। ਔਰ ਇੱਕ ਹੋਰ ਗੱਲ ਦੱਸ ਦੇਵਾਂ, ਆ ਜਿੱਥੇ ਬਠਿੰਡੇ ਵਾਲੀ ਗੱਲ ਹੈ ਉੱਥੇ ਗੁਰਦੁਆਰਾ ਮਠਿਆਈ ਸਰ ਬਣਿਆ ਹੋਇਆ। ਹੁਣ
जिस गुरुद्वारे दे जिस जगह ते गुरुद्वारा बना दिता, मठियाई सर गुरुद्वारा बन गया, उत्थे ग्रंथी भी होएगा, उत्थे कीर्तनिया भी होएगा, उत्थों दे प्रबंधक भी होणगे। की कदी वो ये चाहणगे कि गुरु नानक दा सच लोकां सामने प्रगट होवे? उन्हां दी रोजी रोटी दा साधन ते वो गुरुद्वारा है। क्यों नहीं वो दृढ़ता सहित लोकां नूं इस पखंड कर्म कांड नाल जोड़नगे कि इदां गुरु भावे तां हो सकदा है, गुरु भावे किकरां नूं मठियाइयां लग सकदियां। फिर सवाल पैदा हुंदा है कि असीं जाणदे हां कि आनंदपुर साहब दे किले नूं 7-8 महीने घेरा पिया रहा। असीं ये भी जाणदे हां कि सिख जिहड़े खाने तो आतुर सन, उन्हां ने घोड़े भी मार के खाधे, उन्होंने दरख्तां दीए छिलके भी उबाल के पीते। यही वरतारा बाबा बंदा सिंह बहादुर के समय गुरदास नगर की गली विच वापरिया, जदों लंबे समय लिए घेरा पिया सी। भुख दुखों सिख मर रहे सन। कमाल है, वो आनंदपुर साहब का वड्डा अपना एरिया सी गुरु साहब का, और जेकर गुरु गोबिंद सिंह नूं पता सी कि गुरु नानक पातशाह ने किकरां तो मठियाइयां लाइयां सन, किकरां तो भोजन उतारिया सी, फिर तां भई उन्हां नूं उत्थे किकरां दी बहुत वड्डी खेती करनी चाहिदी सी। और कुछ किकरां दा होणगीਆਂ भी जरूर उत्थे। तां गुरु गोबिंद सिंह जी फिर सिखां नूं यही उपदेश करदिया करदे, कोई ਸਿੰਘੋ भुखे काते मरना, मठियाइयां छको, चढ़ जाओ किकरां उत्ते, छिलके काते खांदे हो, तुसीं मठियाइयां छको। असल विच गल की है? गल ये है, असीं सोचना समझना दिमाग की वरतों करनी बंद कर चुके हाँ। सिखां नूं साडे प्रचारकां दा उन्हां दा इक्को ही काम है कि सिखां नूं दिमाग की वरतों करना बंद करवाउणा है, और असीं बंद कर चुके हाँ। अपनी अंदरली पड़चोल हर सिख करके कोशिश करे कि वो कदी गुरुद्वारे जदों जांदा है दिमाग नूं नाल लैके जांदा। सानू प्रचार के समझा देंदे है कि नहीं, देखो अपनी मत, देखो मत नहीं, ए दिमाग वरतन दी, विवेक बुद्धि वरतन दी गुरु ने हर जगह हुक्म कीता। बिना विवेक बुद्धि तो कोई काम नहीं करना। सानू समझा दिता हुक्म हुक्म हुक्म, वो है जिहड़ा स्टेज तो पखंडी लोगों ने सानू समझाउणा। हुक्म आ कहानियां, आ किकरां तो मठियाइयां लैण वाला, इस नूं हुक्म मनना कहंदे ने। हुण एक तीर ना किन्ने किन्ने शिकार लिखारी कर रहे हैं। पहला शिकार ये श्री चंद ते लक्ष्मी दास नूं तां सियाणे सिद्ध कर रहे हैं। किद्दां कि वाकई ही गुरबाणी कहंदी है, गुरु नानक पातशाह कहंदा कि बीजे विख मंगे अमृत वेखो ये न्याओ, जिहा बीजै सो लाउणा, कर्मा संदड़ा खेल। जो खेत में बीजोगे उही उगना, उही वढना पैना। वो किकरां बीज के जे मठियाइयां लै सकदियां, फिर तां गुरबाणी गलत है, झूठी है। बीजी तां किकर सी और पैदा हुई मठियाई, फिर तां गुरबाणी झूठी है। ऐहे ही मकसद साडे सारे लिखारियां दा, गुरबाणी नूं झूठा सिद्ध करना। लोड़े फरीदा लोड़े दाख बजौरियां, किकर बीजे जट। किकर बीज के दाख बजौरियां, यार इत्थे तां मठियाइयां लातियां, दाख बजौरियां तां फिर भी एक दरख्त नूं फल किकर दे फलियां दी जगह अंगूरां दा फल लाउणा है, वो तां कोई ज़्यादा इलॉजिकल नहीं है, क्योंकि वो तो फल ही लगना, फल दा थोड़ा जिहा करामात करनी है। पर लड्डू जलेबियां खुरमे ला देने, ये तो बिल्कुल ही कोई होर चीज़ है। पर क्योंकि साडा दिमाग असी वरतना ही नहीं, दिमाग नूं वरतन दी मनाही है, तो इस करके सानू इहो जिहियां कहानियां सुना सुना के सिੱਖੀ नूं तबाह करन लई, सिੱਖੀ नूं रद्दी करन लई और उन्हां थावां ते गुरुद्वारे बना दिते। हुण किहड़ा प्रचारक उत्थे जाके डांके दी चोट नाल आ गल बोल सकदा है कि लोड़ है दाख बजौरियां, किकर बीजे जट, हंडे उन्न कताएं दा
ਪੈਂਦਾ ਲੋੜੇ ਪੱਟ। ਫਰੀਦਾ ਲੋੜੇ ਦਾਖ ਵਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਨਹੀਂ ਬੋਲ ਸਕਦਾ ਨਾ, ਉਹ ਤਾਂ ਉਹੀ ਕਹਾਣੀ ਸੁਣਾਊਗਾ। ਜਿਸ ਕਹਾਣੀ ਸੁਣਾਉਣ ਦੇ ਨਾਲ ਪ੍ਰਬੰਧਕ ਵੀ ਖੁਸ਼, ਸੰਗਤਾਂ ਵੀ ਖੁਸ਼, ਪੈਸਿਆਂ ਦੀ ਢੇਰੀ ਵੀ ਵੱਡੀ, ਤੇ ਗੁਰੂ ਨਾਨਕ ਦਾ ਮਤ ਜਾਏ ਢੱਠੇ ਖੂਹ 'ਚ। ਅੱਜ ਸਾਡੀ ਅਵਸਥਾ ਇਹ ਬਣੀ ਹੋਈ ਹੈ। ਇੱਕ ਤੀਰ ਨਾਲ ਕਿੰਨੇ ਸ਼ਿਕਾਰ, ਸ਼੍ਰੀ ਚੰਦ ਤੇ ਲక్ష్ਮੀ ਦਾਸ ਨੂੰ ਸਿਆਣੇ ਸਿੱਧ ਕਰ ਦਿੱਤਾ, ਔਰ ਭਾਈ ਲਹਿਣਾ ਨੂੰ ਨਕੰਮਾ ਨਲਾਇਕ, ਔਰ ਨਲਾਇਕ ਨੂੰ ਗੁਰਗੱਦੀ ਤੇ ਬਿਠਾਉਣਾ ਸਿੱਧ ਕਰ ਦਿੱਤਾ। ਕਿਉਂਕਿ ਇਸ ਕਹਾਣੀ ਅਨੁਸਾਰ ਭਾਈ ਲਹਿਣਾ ਨਲਾਇਕ ਨਹੀਂ ਸਨ, ਪਰ ਕਹਾਣੀ ਅਨੁਸਾਰ ਤਾਂ ਇਹ ਹੈ ਵੀ ਕਿੱਕਰਾਂ ਤੋਂ ਮਠਿਆਈਆਂ ਲਾਉਣ ਨੂੰ ਮੰਨ ਗਏ ਤਾਂ ਨਲਾਇਕ ਹੋ ਗਏ ਨਾ। ਹੋ ਨਹੀਂ ਸਕਦਾ, ਗੁਰੂ ਨਾਨਕ ਦੀ ਵਿਚਾਰਧਾਰਾ ਅਨੁਸਾਰ ਤਾਂ ਹੋ ਨਹੀਂ ਸਕਦਾ। ਜੇ ਭਾਈ ਲਹਿਣੇ ਨੂੰ ਸਿਆਣਾ ਦਿਖਾਉਣਾ ਹੁੰਦਾ ਤਾਂ ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਕਿ ਗੁਰੂ ਜੀ ਤੁਸੀਂ ਬਾਣੀ ਵਿੱਚ ਤਾਂ ਇਹ ਲਿਖਿਆ ਹੋਇਆ ਕਿ ਫਰੀਦਾ ਲੋੜੇ ਦਾਖ ਵਜੌਰੀਆਂ, ਕਿੱਕਰ ਬੀਜੇ ਜੱਟ, ਕਿੱਕਰਾਂ ਤੋਂ ਦਾਖ ਵਜੌਰੀਆਂ ਨਹੀਂ ਲੱਭਣੀਆਂ। ਹੁਣ ਮੈਨੂੰ ਉਲਟੀ ਗੱਲ ਕਹਿ ਰਹੇ ਹੋ। ਤੋ ਪਰ ਕਿਉਂਕਿ ਇਹਨਾਂ ਨੇ ਉਲਟਾ ਗੇੜਾ ਦੇਣਾ ਸੀ, ਦੇ ਦਿੱਤਾ। ਅੱਜ ਗੁਰਬਾਣੀ ਤੋਂ ਅਸੀਂ ਮੁਨਕਰ ਹੋ ਸਕਦੇ ਹਾਂ, ਪਰ ਇਹਨਾਂ ਸਾਖੀਆਂ ਕਹਾਣੀਆਂ ਤੋਂ ਸਿੱਖ ਮੁਨਕਰ ਨਹੀਂ ਹੋਣਗੇ। ਉਹ ਸੱਚ ਬੋਲਣ ਵਾਲੇ ਨੂੰ ਝੂਠਾ ਕਹਿਣਗੇ, ਔਰ ਝੂਠ ਬੋਲਣ ਵਾਲੇ ਨੂੰ ਸੱਚਾ ਕਹਿਣਗੇ। ਭਾਈ ਲਹਿਣੇ ਨੂੰ ਦੱਸ ਦਿੱਤਾ ਵੀ ਉਹਨਾਂ ਨੂੰ ਗੁਰਬਾਣੀ ਦਾ ਕੋਈ ਪਤਾ ਨਹੀਂ ਸੀ, ਔਰ ਨਾਲੇ ਇਹ ਦੱਸ ਦਿੱਤਾ ਵੀ ਗੁਰਬਾਣੀ ਜਿਹੜੀ ਆ ਉਹਦੀ ਕੋਈ ਬੁੱਕਤ ਨਹੀਂ ਹੈ। ਕਹਾਣੀ ਜਿਹੜੀ ਸੰਤੋਖ ਸਿੰਘ ਨੇ ਲਿਖ ਦਿੱਤੀ ਇਹ ਸੱਚੀ ਹੈ, ਔਰ ਉਹ ਜਿਹੜੀ ਕਹਾਣੀ ਗੁਰੂ ਨਾਨਕ ਦੇ ਮੂੰਹ ਵਿੱਚ ਪਾ ਕੇ ਕਹੀਏ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿੱਕਰਾਂ ਨੂੰ ਹਿਲਾਓ, ਉਹਨੂੰ ਸਿੱਖ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦੇ। ਇਸ ਕਰਕੇ ਅੱਜ ਸਿੱਖੀ ਜਿਹੜੀ ਆ ਉਹ ਖਤਮ ਹੋ ਰਹੀ ਆ। ਪਰ ਮੇਰਾ ਮੰਨਣਾ ਇਹ ਹੈ ਕਿ ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਦੜਾ ਖੇਤ, ਜਿਹੋ ਜਿਹਾ ਬੀਜਣਾ ਉਹੋ ਜਿਹਾ ਪੈਦਾ ਹੋਣਾ, ਉਹੋ ਜਿਹਾ ਵੱਢਣਾ ਪੈਣਾ। ਕਿੱਕਰਾਂ ਨੂੰ ਮਠਿਆਈਆਂ ਨਹੀਂ ਲੱਗ ਸਕਦੀਆਂ, ਨਹੀਂ ਲੱਗ ਸਕਦੀਆਂ। ਸਾਡੇ ਗੁਰੂ ਨਾਨਕ ਪਾਤਸ਼ਾਹ ਇਹੋ ਜਿਹੀਆਂ ਕੱਚੀਆਂ ਗੱਲਾਂ ਕਦਾਚਿਤ ਵੀ ਨਹੀਂ ਕਰ ਸਕਦੇ। ਇਹ ਸ਼ੈਤਾਨ ਲਖਾਰੀਆਂ ਨੇ ਗੁਰੂ ਦੇ ਗਲ ਪਾ ਕੇ ਸਾਡੇ ਗਲ ਨਾਲ ਮੜ ਦਿੱਤੀਆਂ। ਮੈਂ ਇਸ ਤੋਂ ਇਨਕਾਰੀ ਹਾਂ। ਜੇ ਤੁਹਾਨੂੰ ਇਹ ਵਿਚਾਰਾਂ ਚੰਗੀਆਂ ਲੱਗਦੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਪਸੰਦ ਕਰੋ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਇਹ ਜਿਹੜੀ ਵਿਚਾਰ ਹੈ ਇਹ ਜੋ ਸੂਰਜ ਪ੍ਰਕਾਸ਼ ਗ੍ਰੰਥ ਡਾਕਟਰ ਅਜੀਤ ਸਿੰਘ ਔਲਖ ਨੇ ਲਿਖਿਆ ਹੋਇਆ, ਇਹ ਉਸ ਦਾ ਭਾਗ ਦੂਜੇ ਦੇ ਵਿੱਚੋਂ ਸਫਾ ਨੰਬਰ 591 ਤੇ ਭਾਗ ਨੰਬਰ 11 ਦੇ ਵਿੱਚੋਂ ਸਫਾ ਨੰਬਰ 551 ਤੋਂ ਅਸੀਂ ਕੀਤੀ ਹੈ। ਜੇ ਕਿਸੇ ਨੇ ਪੜ੍ਹਨਾ ਹੋਵੇ ਉੱਥੇ ਜਾ ਕੇ ਪੜ੍ਹ ਸਕਦਾ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।